जी सत श्री अकाल सारे ही प्यारे पीटैट 1 देਣ वाले ਸਾਰੇ ਹੀ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਭੈਣਾਂ ਨੂੰ ਜਿਨ੍ਹਾਂ ਨੇ ਪੀਟੈਟ 1 ਦੇਣ ਕਿਰਪਾ ਕਰਕੇ ਇਹ ਵੀਡੀਓ ਉਹਨਾਂ ਸਾਰਿਆਂ ਨੂੰ ਭੇਜਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨੇ ਪੀਟੈਟ 1 ਦੇਣਾ ਹੈ ਕਿਉਂਕਿ ਇਸ ਸੀਰੀਜ਼ ਦੇ ਵਿੱਚ ਜਿੰਨੇ ਵੀ ਪਿਛਲੇ ਐਗਜ਼ਾਮ ਆਏ ਨੇ ਜਿਹੜੇ ਪਹਿਲੀ ਵਾਰ ਟੈਸਟ ਦੇ ਰਹੇ ਨੇ ਉਹਨਾਂ ਲਈ ਇਹ ਬਹੁਤ ਕਾਰਗਰ ਸਿੱਧ ਹੋਊਗੀ ਕਿਉਂਕਿ ਉਹਨਾਂ ਨੂੰ ਪੈਟਰਨ ਦਾ ਪਤਾ ਲੱਗ ਜਾਊਗਾ। ਹੋ ਸਕਦਾ ਹੈ ਕਿ ਉਹਦਾ ਪਹਿਲੀ ਵਾਰ ਟੈਸਟ ਕਲੀਅਰ ਨਾ ਹੋਵੇ, ਜੇ ਉਹ ਮਿਹਨਤ ਕਰੇ ਤਾਂ ਪਹਿਲੀ ਵਾਰ ਵੀ ਹੋ ਸਕਦਾ ਹੈ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਟੈਸਟ ਹੈ, ਛੋਟਾ ਮੋਟਾ ਟੈਸਟ ਹੈ, ਕੋਈ ਬੜਾ ਵੱਡਾ ਟੈਸਟ ਨਹੀਂ, IAS IPS ਦਾ ਟੈਸਟ ਨਹੀਂ ਹੈਗਾ। ਪਰ ਹਾਂ ਮਿਹਨਤ ਜ਼ਰੂਰੀ ਹੈ, ਮਿਹਨਤ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ। ਇਹ ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਲੇਕਿਨ ਇੱਕ ਸੱਚਾਈ ਹੈ ਕਿ ਉਹ ਦੱਸ ਰਿਹਾ ਕਿ ਜੇਕਰ ਆਪਾਂ ਨੂੰ ਪੈਟਰਨ ਦਾ ਪਤਾ ਹੋਵੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਪਿਛਲੇ ਐਗਜ਼ਾਮ ਕਿਸ ਤਰ੍ਹਾਂ ਦੇ ਆਏ ਨੇ। ਮਿਹਨਤ ਕਰਨ ਵਾਲਾ ਬੰਦਾ ਤੇ ਬਿਨਾਂ ਮਿਹਨਤ ਕਰਨ ਵਾਲਾ ਬੰਦਾ, ਜਿਹੜਾ ਮਿਹਨਤ ਕਰਦਾ ਉਹ ਪਹਿਲੀ ਵਾਰ 'ਚ ਵੀ ਕਲੀਅਰ ਕਰ ਸਕਦਾ, ਜਿਹੜਾ ਮਿਹਨਤ ਹੀ ਨਹੀਂ ਕਰਦਾ ਭਾਵੇਂ 5 ਵਾਰੀ ਦੇ ਟੈਸਟ ਉਹਦਾ ਤਾਂ ਵੀ ਨਹੀਂ ਕਲੀਅਰ ਹੋਣਾ ਹਨਾ। ਮਿਹਨਤ ਕਰੋ, ਸਮਝੋ ਇਸ ਚੀਜ਼ ਨੂੰ ਕਿ ਪੈਟਰਨ ਕਿਵੇਂ ਆਉਂਦਾ, ਪ੍ਰਸ਼ਨ ਕਿਵੇਂ ਆਉਂਦੇ ਨੇ, ਕੀ ਪੁੱਛਿਆ ਗਿਆ ਨਹੀਂ ਹੈ। ਜਿਹੜੇ ਬੰਦੇ ਪਹਿਲੀ ਵਾਰ ਦੇ ਰਹੇ ਨੇ ਉਹਨਾਂ ਤਾਂ ਆਪਸ਼ਨ ਦੇ ਵਿੱਚ ਹੀ ਕਈ ਵਾਰ ਗਲਤ ਹੋ ਜਾਂਦੇ ਨੇ, ਵੀ ਜਦੋਂ ਉਹ ਭਰਦਾ ਹੈ OMR ਸ਼ੀਟ ਤੇ ਉਹ ਗਲਤ ਭਰਿਆ ਜਾਂਦਾ। ਐਵੇਂ ਦੇਖਿਓ, ਤੁਸੀਂ ਆਪ ਐਨਾਲਾਈਜ਼ ਕਰੋ ਕਿ ਹਾਂ ਮੈਂ ਭਰਿਆ ਤਾਂ ਇਹ ਸੀਗਾ, ਗਲਤੀ ਨਾਲ ਮੇਰੇ ਤੋਂ ਆ ਭਰਿਆ ਗਿਆ, ਤੇ ਇਹ ਹੋ ਜਾਂਦਾ। ਕਿਸੇ ਵੀ ਪ੍ਰਸ਼ਨ ਨੂੰ ਕਰਨ ਤੋਂ ਪਹਿਲਾਂ ਧਿਆਨ ਨਾਲ ਦੇਖੋ। ਮੰਨ ਲਓ ਇੱਕ ਤੁਸੀਂ ਟਿਕ ਕਰ ਲਿਆ, ਨਾਲ ਦੀ ਨਾਲ ਤੁਸੀਂ ਉਹਨੂੰ ਭਰੋ। ਜਿਹੜੇ ਐਂਡ ਤੇ ਰਹਿ ਗਏ ਨੈਗੇਟਿਵ ਮਾਰਕਿੰਗ ਹੈ ਨਹੀਂ, ਤੁਸੀਂ ਇਹ ਦੇਖੋ ਕਿ ਤੁਸੀਂ ਸਭ ਤੋਂ ਵੱਧ ਕਿਹੜੇ ਭਰੇ ਨੇ। ਮੰਨ ਲਓ 150 ਦੇ ਵਿੱਚੋਂ 130 ਤੋਂ 130 ਤੁਸੀਂ ਕਰ ਲਏ, 130 ਦੇ ਵਿੱਚੋਂ ਤੁਸੀਂ ਘੱਟੋ ਘੱਟ 40-45 C ਤੇ ਭਰਿਆ, ਤਾਂ ਕੋਸ਼ਿਸ਼ ਇਹ ਕਰੋ ਕਿ ਜਦੋਂ ਤੁਹਾਡੇ ਕੋਲੇ 5 ਮਿੰਟ ਰਹਿ ਗਏ ਤਾਂ 5 ਮਿੰਟ ਤੁਹਾਡੇ 20 ਪਏ ਨੇ ਤਾਂ ਸਾਰੇ ਤੁਸੀਂ C ਭਰ ਦਿਓ, ਤਾਂ ਉੱਥੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ ਕਲੀਅਰ ਹੋਣ ਦੇ। ਇਹ ਸਾਡਾ ਐਕਸਪੀਰੀਅੰਸ ਹੈ ਥੋੜਾ ਜਿਹਾ, ਬਾਕੀ ਹੋ ਸਕਦਾ ਹੋਰ ਵੀ ਐਕਸਪੀਰੀਅੰਸ ਹੋਣ। ਹਾਂ ਜੇ ਤੁਹਾਡੇ ਕੋਲ ਟਾਈਮ ਵੱਧ ਪਿਆ ਤੇ ਪ੍ਰਸ਼ਨ ਤੁਹਾਡੇ ਕੋਲੇ 20-25 ਪਏ ਨੇ, ਤੁਸੀਂ ਇਹ ਦੇਖੋ 2 ਆਪਸ਼ਨ ਤਾਂ ਬਿਲਕੁਲ ਹੀ ਗਲਤ ਹੋਣਗੇ, 2 ਦੇ ਵਿੱਚੋਂ ਡਾਊਟ ਹੋਊਗਾ, ਤੁਸੀਂ ਫਿਰ ਉਹ 2 ਦੇ ਵਿੱਚੋਂ ਹੀ ਲਗਾਓ। ਠੀਕ ਹੈ ਜੀ, ਚਲੋ ਆਪਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਸਮਝਦੇ ਹਾਂ। Who has described human behavior and development as a process of responding to reward and punishment, IV the environment? ਕਿਸ ਨੇ ਮਨੁੱਖੀ ਵਿਵਹਾਰ ਅਤੇ ਵਿਕਾਸ ਦੀ ਵਾਤਾਵਰਣ ਵਿੱਚ ਇਨਾਮ ਅਤੇ ਦੰਡ ਦੇ ਪ੍ਰਤੀਕਿਰਿਆ ਦੀ ਪ੍ਰਕਿਰਿਆ ਤੌਰ ਤੇ ਵਿਆਖਿਆ ਕੀਤੀ ਹੈ? ਨੰਬਰ 1 ਜੀਨ ਪਿਆਜੇ, ਨੰਬਰ 2 ਜੌਨ ਵਾਟਸਨ, ਨੰਬਰ 3 BF ਸਕਿਨਰ, ਨੰਬਰ 4 ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦਾ ਤੁਸੀਂ ਆਨਸਰ ਜਿਹੜਾ ਹੈਗਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਿਆ ਜ਼ਰੂਰ ਕਰੋ। ਜੇਕਰ ਵੀਡੀਓ ਦੇਖਦੇ ਹੋ, ਦੇਖੋ ਇਹ ਮਦਦਗਾਰ ਬਹੁਤ ਸਾਬਿਤ ਹੋਣੀਆਂ ਨੇ। ਤੁਸੀਂ ਬਾਅਦ ਚੋਂ ਇਸ ਚੀਜ਼ ਨੂੰ ਐਨਾਲਾਈਜ਼ ਕਰੋਗੇ। 1 ਦਸੰਬਰ ਤੱਕ ਮੈਂ ਬਹੁਤ ਸਾਰੇ ਨੁਕਤੇ ਸਾਂਝੇ ਕਰੂੰਗਾ। ਪੇਸ਼ੈਂਸ ਰੱਖਣਾ, ਬਸ ਤੁਸੀਂ ਜਿਹੜਾ ਪੇਸ਼ੈਂਸ ਹੋਊਗਾ ਉਹ ਜੁੜਿਆ ਰਹੂਗਾ, ਜਿਹਦੇ 'ਚ ਪੇਸ਼ੈਂਸ ਨਹੀਂ ਹੈਗਾ ਉਹ ਭੱਜੂਗਾ। ਸਾਨੂੰ ਕੋਈ ਦਿੱਕਤ ਨਹੀਂ, ਉਹ ਫਿਰ ਫਲਾਣੀ ਵੀਡੀਓ ਨੂੰ ਦੇਖੂ, ਫਲਾਣੀ ਵੀਡੀਓ ਨੂੰ ਦੇਖੂ, ਕਿਤੇ ਜ਼ਿਆਦਾ ਜਾਣ ਦੀ ਲੋੜ ਨਹੀਂ। ਸਾਰੇ ਪਾਸੇ ਇਹੋ ਜਿਹਾ ਮਟੀਰੀਅਲ ਹੀ ਮਿਲਣਾ ਹੈ, ਪਰ ਪ੍ਰੀਵੀਅਸ ਈਅਰ ਤੋਂ ਆਪਾਂ ਨੂੰ ਬਹੁਤ ਸਾਰੇ ਨੌਲੇਜ ਮਿਲ ਜੂਗੀ। ਤਾਂ ਇਹਦਾ ਉੱਤਰ ਆਊਗਾ BF ਸਕਿਨਰ। ਨੋ ਡਾਊਟ ਤੁਸੀਂ PDF ਜੇ ਤੁਹਾਨੂੰ ਮੈਂ ਭੇਜਤੀ PDF ਤੋਂ ਵੀ ਤੁਸੀਂ ਪੜ੍ਹ ਲਓਗੇ, ਪਰ ਜਦੋਂ ਆਪਾਂ ਇੱਕ ਸੁਣਦੇ ਹਾਂ ਨਾ ਤਾਂ ਆਪਾਂ ਨੂੰ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ। ਇਹਦਾ ਉੱਤਰ ਆਊਗਾ BF ਸਕਿਨਰ, ਹਿਊਮਨ ਬਿਹੇਵੀਅਰ ਐਂਡ ਡਿਵੈਲਪਮੈਂਟ ਦੀ ਥਿਉਰੀ ਹੈ। ਧਿਆਨ ਰੱਖਿਓ। ਵਿਚ ਸਟੇਟ ਇਜ਼ ਨੋਟ ਟਰੂ ਅਬਾਊਟ ਇਨਕਲੂਜਨ? ਸੰਮਿਲਨ ਸ਼ਾਮਲ ਕਰਨਾ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ? ਇੱਥੇ ਵੀ ਯਾਦ ਰੱਖਣਾ ਵੀ ਸਹੀ ਨਹੀਂ ਹੈ ਪੁੱਛਿਆ ਤੇ ਬਾਕੀ ਸਹੀ ਨੇ, ਇੱਕ ਗਲਤ ਹੋਊਗਾ ਬਾਕੀ ਸਾਰੇ ਸਹੀ ਨੇ। ਨੰਬਰ 1 ਵੈਲਕਮਿੰਗ ਡਾਇਵਰਸਿਟੀ ਯਾਨੀ ਕਿ ਵਿਭਿੰਨਤਾ ਦਾ ਅਭਿਨੰਦਨ, ਚਿਲਡਰਨ ਇਨ ਸਕੂਲ ਹੂ ਮੇ ਫੀਲ ਐਕਸਕਲੂਡ, benefiting all learner not only targeting the exclude, meeting the needs of children with disability only। ਠੀਕ ਹੈ ਜੀ, ਤਾਂ ਦੂਸਰੇ ਦਾ ਉੱਤਰ ਆਊਗਾ ਜੀ ਸਿਰਫ ਅਪੰਗਤਾ ਵਾਲੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ। ਮੀਟਿੰਗ ਦੀ ਨੀਡਸ ਆਫ ਚਿਲਡਰਨ ਵਿਦ ਡਿਸੇਬਿਲਿਟੀ ਓਨਲੀ, ਸਿਰਫ ਅਪੰਗਤਾ ਵਾਲੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਸੰਮਿਲਨ ਨਹੀਂ ਹੈ, ਬਾਕੀ ਸਾਰੇ ਹੈਗੇ ਨੇ। ਸਕੂਲ ਵਿੱਚ ਬੱਚੇ ਜੋ ਵਾਂਝੇ ਮਹਿਸੂਸ ਕਰਦੇ ਹਨ ਉਹ ਵੀ ਹੈਗਾ। ਸਿਰਫ ਵਾਂਝਿਆਂ ਤੇ ਕੇਂਦਰ ਨਾ ਕਰਕੇ ਸਾਰੇ ਸਿੱਖਿਆ ਤੋਂ ਲਾਭ ਕਰਨਾ ਬਿਲਕੁਲ, ਤੇ ਭਿੰਨਤਾ ਦਾ ਅਭਿਨੰਦਨ ਵੀ, ਵੈਲਕਮਿੰਗ ਹਰੇਕ ਪ੍ਰਕਾਰ ਦੇ ਬੱਚੇ ਦਾ ਵੈਲਕਮ ਕਰੋ। ਚਲੋ, ਵਿਚ ਆਫ ਦੀ ਫੋਲੋਇੰਗ ਹੈਜ਼ ਏਜ ਗਰੁੱਪ the children, which of the following age group the children ability to pronounce the letter W, B, T, F, G and perfectly grows? ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਉਮਰ ਸਮੂਹ ਵਿੱਚ ਬੱਚਿਆਂ ਦੀ ਵਰਨ W, B, T, F, G, H ਬੋਲਣ ਦੀ ਸਮਰੱਥਾ ਪੂਰਨ ਵਿਕਸਿਤ ਹੁੰਦੀ ਹੈ? ਤਾਂ ਇਹਦੇ 'ਚ ਆਊਗਾ ਜੀ 3 ਤੋਂ 5 ਸਾਲ ਦਾ ਬੱਚਾ ਇਹ ਪੂਰੇ ਤਰੀਕੇ ਨਾਲ ਬੋਲ ਸਕਦਾ ਹੈ। W, B, T, F, G and perfectly grows। ਓਕੇ, ਜੇਕਰ ਕਿਸੇ ਨੂੰ ਕੋਈ ਚੀਜ਼ ਨਹੀਂ ਵੀ ਦਿਖਦੀ ਹੁੰਦੀ ਤਾਂ ਤੁਸੀਂ ਸੁਣ ਲਿਆ ਕਰੋ, ਸੁਣਨ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਹੈ। ਕਿਉਂਕਿ PDF ਬਣਾਈਆਂ ਹੋਈਆਂ ਨੇ ਤਾਂ PDF ਦਾ ਇੰਗਲਿਸ਼ ਵਾਲਾ ਪਾਸਾ ਥੋੜਾ ਜਿਹਾ ਉੱਪਰ ਹੈ, ਪੰਜਾਬੀ ਵਾਲਾ ਥੋੜਾ ਜਿਹਾ ਨੀਚੇ ਹੈ।
the most appropriate meaning of learning according to Gates is। ਕਹਿੰਦੇ ਸਿੱਖਣ ਦਾ ਸਭ ਤੋਂ ਢੁਕਵਾਂ ਅਰਥ ਕਿਹੜਾ ਹੋ ਸਕਦਾ? ਗੇਟਸ ਦੇ ਅਨੁਸਾਰ ਅਧਿਐਨ ਦਾ ਸਭ ਤੋਂ ਢੁਕਵਾਂ ਅਰਥ ਕਿਹੜਾ ਹੈ? ਨੰਬਰ 1 ਸਿੱਖਿਆ ਦਾ ਗ੍ਰਹਿਣ, ਨੰਬਰ 2 ਅਨੁਭਵ ਅਤੇ ਸਿਖਲਾਈ ਦੁਆਰਾ ਵਿਵਹਾਰ ਦਾ ਸੁਧਾਰ, ਵਿਅਕਤੀਗਤ ਵਿਵਸਥਾ ਨਿਪੁੰਨਤਾ ਦੀ ਪ੍ਰਾਪਤੀ, ਇਨਕਲੂਸ਼ਨ ਆਫ ਨੌਲੇਜ, ਮੋਡੀਫਿਕੇਸ਼ਨ ਆਫ ਬਿਹੇਵੀਅਰ। ਮੋਡੀਫਿਕੇਸ਼ਨ ਆਫ ਬਿਹੇਵੀਅਰ ਹੀ ਆਊਗਾ ਤਾਂ ਹੀ ਆਪਾਂ ਕਹਿ ਸਕਦੇ ਕਿ ਇਹ ਬੰਦਾ ਸਿੱਖਿਆ, ਇਹਦੇ ਵਿਵਹਾਰ 'ਚ ਕੀ ਪਰਿਵਰਤਨ ਆਇਆ। ਤਾਂ ਸੈਕਿੰਡ ਆਪਸ਼ਨ ਹੈ ਜੀ। The education that child receives in family is formal, ਇਨਫੋਰਮਲ, ਨਾਨ ਫਾਰਮਲ, ਸੈਮੀ ਫਾਰਮਲ। ਸਿੱਖਿਆ ਜਿਹੜੀ ਬੱਚਾ ਪਰਿਵਾਰ ਵਿੱਚ ਪ੍ਰਾਪਤ ਕਰਦਾ ਹੈ ਇਹ ਹੈ ਜੀ ਗੈਰ ਰਸਮੀ ਯਾਨੀ ਕਿ ਇਨਫੋਰਮਲ। ਠੀਕ ਹੈ ਜੀ, ਰਸਮੀ ਤੇ ਗੈਰ ਰਸਮੀ ਯਾਦ ਰੱਖਣਾ, ਇਨਫੋਰਮਲ, ਗੈਰ ਰਸਮੀ। What will the IQ of 20 years old boy whose mental age is years? ਇੱਕ ਬੱਚੇ ਇੱਕ 20 ਸਾਲਾ ਲੜਕੇ ਜਿਸ ਦੀ ਮਾਨਸਿਕ ਉਮਰ 15 ਸਾਲ ਹੈ ਤਾਂ IQ ਹੋਵੇਗਾ, ਇਹਦਾ IQ ਹੋਵੇਗਾ ਜੀ 80। ਕਿੰਨਾ ਹੋਵੇਗਾ ਜੀ? 80 ਹੋਵੇਗਾ। ਇਹਦਾ ਜੇ ਫਾਰਮੂਲਾ ਵੀ ਤੁਹਾਨੂੰ ਦੱਸਾਂਗੇ ਅੱਗੇ, ਫਾਰਮੂਲਾ ਵੀ ਤੁਹਾਨੂੰ ਸਮਝਾ ਦਾਂਗੇ ਵੀ ਕਿਵੇਂ ਕੱਢਦੇ ਨੇ। ਜੇਕਰ ਕਿਸੇ ਨੂੰ ਆਉਂਦਾ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਕਿ ਮੈਂਟਲ ਏਜ ਆਪਾਂ ਕਿੱਦਾਂ ਕੱਢਣੀ ਹੈ ਤੇ ਦੂਜੀ ਏਜ ਆਪਾਂ ਕਿੱਦਾਂ ਕੱਢਣੀ ਹੈ। ਸਕੈਫੋਲਡਿੰਗ ਅਕੋਰਡਿੰਗ ਟੂ ਸੋਸ਼ਲ ਕੰਸਟਰਕਟਿਵਿਜ਼ਮ ਥਿਉਰੀ ਰੈਫਰਸ ਟੂ। ਸਮਾਜਿਕ ਉਸਾਰੂ ਸਿਧਾਂਤ ਅਨੁਸਾਰ ਸਕੈਫੋਲਡਿੰਗ ਤੋਂ ਕੀ ਭਾਵ ਹੈ? ਪਹਿਲੀ ਸਿੱਖਿਆ ਦੀ ਦੁਹਰਾਈ ਹੈ ਜੀ। ਮੈਂ ਸਿਰਫ ਆਪਸ਼ਨ ਨਹੀਂ ਬੋਲਦਾ ਕਿਉਂਕਿ ਆਪਸ਼ਨ ਬੋਲਾਂਗੇ ਵੀਡੀਓ ਲੰਬੀ ਬਣ ਜਾਂਦੀ ਹੈ। ਰੀਐਪਚੁਲੇਸ਼ਨ ਆਫ ਪ੍ਰੀਵੀਅਸ ਲਰਨਿੰਗ। ਸਕੈਫੋਲਡਿੰਗ ਦਾ ਮਤਲਬ ਹੁੰਦਾ ਵੀ ਪਿੱਛੇ ਬੱਚੇ ਨੂੰ ਕੀ ਆਉਂਦਾ ਸੀ, ਪ੍ਰੀਵੀਅਸ PK ਟੈਸਟਿੰਗ ਜਿਹਨੂੰ ਆਪਾਂ ਬੋਲਦੇ ਪ੍ਰੀਵੀਅਸ ਨੌਲੇਜ ਕੀ ਹੈ। ਦੀ ਪੀਰੀਅਡ ਆਫ ਸੈਂਸਰੀ ਮੋਟਰ ਅਡੈਪਟੇਸ਼ਨ ਅਕੋਰਡਿੰਗ ਟੂ ਪਿਆਜੇ। ਦੇਖੋ 4 ਸਟੇਜਾਂ ਸੀ ਪਿਆਜੇ ਦੀਆਂ, ਇਹ ਪੱਕਾ ਕੁਐਸਚਨ ਹੈ ਨਾ, ਜੋ ਇੱਕ ਅੱਧਾ ਪੱਕਾ ਆਉਂਦਾ ਹੁੰਦਾ। SPCF ਸੈਂਸਰੀ, ਪ੍ਰੀ ਆਪਰੇਸ਼ਨਲ, CF ਕੰਕਰੀਟ ਐਂਡ ਫਾਰਮਲ। ਠੀਕ ਹੈ ਜੀ, SPCF। ਠੀਕ ਹੈ ਜੀ, SP ਕੈਜੂਅਲ ਫਾਰਮਲ ਪਾ ਕੇ ਆਏ। ਠੀਕ ਹੈ ਜੀ, 1 to 3 years, 0 to 2 years, 3 to 5 years, 4 to 6 year। ਤਾਂ ਇਹਦਾ ਉੱਤਰ ਆਊਗਾ ਜੀ 0 to 2 year। ਸਭ ਤੋਂ ਛੋਟੀ ਜਿਹੜੀ ਸਭ ਤੋਂ ਪਹਿਲੀ ਸਟੇਜ ਹੈ ਉਹ SPSC ਹੈ, ਯਾਨੀ ਕਿ 0 ਤੋਂ 2 ਸਾਲ ਵਾਲੀ ਜਿਹੜੀ ਸਟੇਜ ਹੈ ਉਹ ਸੈਂਸਰੀ ਹੈ ਜੀ। ਠੀਕ ਹੈ ਜੀ, ਅੱਗੇ ਆ ਜਾਓ ਜੀ। The rules for effective teaching made from experience of teachers and thinker are called। ਅਧਿਆਪਕਾਂ ਅਤੇ ਵਿਚਾਰਕਾਂ ਦੇ ਅਨੁਭਵਾਂ ਤੋਂ ਬਣੇ ਪ੍ਰਭਾਵਸ਼ਾਲੀ ਅਧਿਆਪਨ ਦੇ ਨਿਯਮ ਕਹਾਉਂਦੇ ਹਨ। ਨੰਬਰ 1 ਅਧਿਆਪਨ ਦਾ ਢੰਗ, ਨੰਬਰ 2 ਅਧਿਆਪਨ ਦੇ ਸੂਤਰ, ਨੰਬਰ 3 ਅਧਿਆਪਨ ਦੀਆਂ ਵਿਧੀਆਂ, ਨੰਬਰ 3 ਅਧਿਆਪਨ ਨੀਤੀਆਂ। ਮੈਥਡ ਆਫ ਟੀਚਿੰਗ, ਮੈਕਸਿਮਸ ਆਫ ਟੀਚਿੰਗ, ਟੈਕਨੀਕਸ ਆਫ ਟੀਚਿੰਗ, ਟੀਚਿੰਗ ਸਟ੍ਰੈਟਜੀਜ਼। ਤਾਂ ਇਹਦਾ ਉੱਤਰ ਕੀ ਆਊਗਾ ਜੀ? ਇਹਦਾ ਉੱਤਰ ਆਊਗਾ ਮੈਥਡ ਆਫ ਟੀਚਿੰਗ ਯਾਨੀ ਕਿ ਅਧਿਆਪਨ ਦਾ ਢੰਗ। ਦੀ ਰੂਲ ਫॉर ਇਫੈਕਟਿਵ ਟੀਚਿੰਗ। ਇਫੈਕਟਿਵ ਟੀਚਿੰਗ ਕਰਨ ਦੇ ਲਈ ਸਭ ਤੋਂ ਪਹਿਲਾਂ ਮੈਥਡ ਆਫ ਟੀਚਿੰਗ, ਪੜ੍ਹਾਉਣ ਦੇ ਢੰਗ ਕੀ ਨੇ, ਕਿਹੜੇ ਢੰਗਾਂ ਨਾਲ ਟੀਚਰ ਪੜ੍ਹਾ ਸਕਦਾ ਹੈ। ਪ੍ਰਾਇਮਰੀ ਸਕੂਲ ਚਿਲਡਰਨ ਵਿਲ ਲਰਨ ਮੋਸਟ ਇਫੈਕਟਲੀ ਇਨ ਐਨ ਐਟਮੋਸਫੇਅਰ। ਪ੍ਰਾਇਮਰੀ ਸਕੂਲ ਵਿਦਿਆਰਥੀ ਇਸ ਵਾਤਾਵਰਣ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਮਿਲਣਗੇ ਜਿੱਥੇ ਉਹਨਾਂ ਦੇ ਭਾਵਨਾਤਮਕ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਮੁੱਲ ਹੈ। ਜਿੱਥੇ ਅਧਿਆਪਕ ਅਧਿਕਾਰਕ ਹੈ ਤੇ ਸਪਸ਼ਟ ਦੱਸਦਾ ਹੈ ਕਿ ਕੀ ਕੀਤਾ ਜਾਣਾ ਹੈ, ਇਹ ਤਾਂ ਬਿਲਕੁਲ ਨਹੀਂ ਆ ਸਕਦਾ ਜੀ। ਜਿੱਥੇ ਕੇਂਦਰ ਅਤੇ ਜ਼ੋਰ ਮੁੱਢਲੇ ਤੌਰ ਤੇ ਸਿਰਫ ਪੜ੍ਹਨ ਲਿਖਣ ਅਤੇ ਗਣਿਤ ਦੀਆਂ ਨਹੀਂ, ਇਹ ਵੀ ਨਹੀਂ, B ਤੇ C ਤਾਂ ਆ ਨਹੀਂ ਸਕਦੇ ਜੀ। ਜਿੱਥੇ ਅਧਿਆਪਕ ਸਾਰੀ ਸਿਖਲਾਈ ਦੀ ਅਗਵਾਈ ਕਰਦਾ ਹੈ ਅਤੇ ਵਿਦਿਆਰਥੀ ਦੀ ਉਦਾਸੀਨ ਭੂਮਿਕਾ ਦੀ ਉਮੀਦ ਕਰਦਾ ਨਾ ਜੀ। ਪਹਿਲਾ ਉੱਤਰ ਆਊਗਾ ਜੀ ਜਿੱਥੇ ਉਹਨਾਂ ਦੇ ਭਾਵਨਾਤਮਕ ਨੂੰ, ਮਤਲਬ ਬੱਚਾ ਜਦੋਂ ਘਰੋਂ ਆਉਂਦਾ ਹੈ ਉਦੋਂ ਨਹੀਂ ਪਤਾ ਹੁੰਦਾ ਉਹਨੂੰ, ਲੇਕਿਨ ਜਦੋਂ ਬੱਚਾ ਸਕੂਲ 'ਚ ਆ ਗਿਆ ਤਾਂ ਉਹਨੂੰ ਹੁੰਦਾ ਵੀ ਯਾਰ ਮੈਨੂੰ ਘਰ ਵਰਗਾ ਮਾਹੌਲ ਮਿਲੇ, ਤਾਂ ਇਹਦਾ ਉੱਪਰ ਆਊਗਾ ਜੀ A। An 8 years old girl shows exceptional sporting ability. Both of her parents and sports person and send her for coaching every day and train her on the weekends. Her capabilities are most likely to be the result of an education between। ਇੱਕ 8 ਸਾਲਾ ਬੱਚੀ ਵਿੱਚ ਅਸੀਮ ਖੇਡ ਕਾਬਲੀਅਤ ਹੈ। ਉਸ ਦੇ ਮਾਤਾ ਪਿਤਾ ਖਿਡਾਰੀ ਹਨ ਅਤੇ ਹਰ ਰੋਜ਼ ਉਸ ਨੂੰ ਕੋਚਿੰਗ ਲਈ ਭੇਜਦੇ ਹਨ ਅਤੇ ਹਫ਼ਤੇ ਦੇ ਅਖੀਰ ਤੇ ਉਸ ਨੂੰ ਸਿਖਲਾਈ ਦਿੰਦੇ ਹਨ। ਉਸ ਦੀਆਂ ਸਮਰੱਥਾਵਾਂ ਇਹਨਾਂ ਵਿਚਕਾਰ ਪਰਸਪਰ ਅਸਰ ਦਾ ਸਿੱਟਾ ਹਨ। ਨੰਬਰ 1 ਅਨੁਵਾਂਸ਼ਿਕਤਾ ਯਾਨੀ ਕਿ ਜੱਦੀ ਅਤੇ ਵਾਤਾਵਰਣ, ਅਨੁਸ਼ਾਸਨ ਅਤੇ ਪੋਸ਼ਣ, ਤਰੱਕੀ ਅਤੇ ਵਿਕਾਸ, ਸਿਹਤ ਅਤੇ ਸਿਖਲਾਈ। ਜੀ ਜਦੋਂ ਮਾਂ ਬਾਪ ਦੀ ਗੱਲ ਚੱਲਦੀ ਹੈ ਤਾਂ ਅਨੁਵਾਂਸ਼ਿਕਤਾ ਦੀ ਗੱਲ ਚੱਲੂਗੀ
ਹੈਰੀਡਿਟੀ ਐਂਡ এনवायरमेंट ਦੀ ਗੱਲ ਚੱਲੂਗੀ। ਵਿਚ ਆਫ ਦੀ ਫੋਲੋਇੰਗ ਆਰ ਦੀ ਸੈਕੰਡਰੀ ਏਜੰਟਸ ਆਫ ਸੋਸ਼ਲਾਈਜੇਸ਼ਨ। ਸੈਕੰਡਰੀ ਕਿਹੜੇ ਹੁੰਦੇ ਨੇ, ਯਾਨੀ ਕਿ ਦਵਿਤਯ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹੇਠ ਦਿੱਤਿਆਂ ਵਿੱਚੋਂ ਕਿਹੜੇ ਸਮਾਜੀਕਰਨ ਦੇ ਗੌਣ ਏਜੰਟ ਹਨ? ਗੌਣ ਮਤਲਬ ਸੈਕੰਡਰੀ। ਨੰਬਰ 1 ਪਰਿਵਾਰ ਅਤੇ ਗਵਾਂਢ, ਨੰਬਰ 2 ਸਕੂਲ ਅਤੇ ਏਜੰਟ ਗਵਾਂਢ। ਪਰਿਵਾਰ ਤਾਂ ਪਹਿਲਾ ਹੈ ਜੀ, ਫੈਮਿਲੀ ਪਹਿਲਾਂ ਹੁੰਦੀ ਹੈ, ਫਿਰ ਉਸ ਤੋਂ ਬਾਅਦ ਸਕੂਲ 'ਚ ਜਾਂਦਾ ਬੱਚਾ ਤੇ ਗਵਾਂਢ 'ਚ ਜਾਂਦਾ, ਠੀਕ ਹੈ ਜੀ, ਤਾਂ ਇਹਦਾ ਆਊਗਾ ਬੀ। ਅਕੋਰਡਿੰਗ ਟੂ ਲੈਵਿਗੋਤਸਕੀ, ਦੇਖੋ ਵਿਗੋਤਸਕੀ ਦੇ ਅੱਗੇ ਨਾਮ ਦੇ ਪਿੱਛੇ ਅੱਗੇ ਲੈਵ ਲੱਗਦਾ ਜੀ, ਲੈਵ ਵਿਗੋਤਸਕੀ ਦ ਪ੍ਰਾਇਮਰੀ ਕੋਜ਼ ਆਫ ਕੋਗਨੀਟਿਵ ਡਿਵੈਲਪਮੈਂਟ ਇਜ਼। ਲੀ ਵਿਗੋਤਸਕੀ ਦੇ ਅਨੁਸਾਰ ਬੌਧਿਕ ਵਿਕਾਸ ਦਾ ਮੁੱਢਲਾ ਕਾਰਨ ਹੈ ਜੀ ਸਮਾਜਿਕ ਪਰਸਪਰ ਪ੍ਰਭਾਵ। ਸਮਾਜਿਕ ਪਰਸਪਰ ਪ੍ਰਭਾਵ। ਅੱਗੇ ਦੇਖੋ ਜੀ, ਇਨ ਅ ਪ੍ਰੋਗਰੈਸਿਵ ਕਲਾਸਰੂਮ ਸੈਟਅਪ ਦ ਟੀਚਰ ਫੈਸਿਲਿਟੇਟਸ ਲਰਨਿੰਗ ਬਾਈ ਪ੍ਰੋਵਾਈਡਿੰਗ ਐਨ এনवायरमेंट दैट। ਇੱਕ ਵਿਕਾਸਸ਼ੀਲ ਕਲਾਸਰੂਮ ਸੈਟਅਪ ਵਿੱਚ ਅਧਿਆਪਕ ਸਿਖਲਾਈ ਨੂੰ ਇੱਕ ਅਜਿਹਾ ਵਾਤਾਵਰਣ ਪ੍ਰਦਾਨ ਕਰਕੇ ਵਧਾਉਂਦਾ ਹੈ ਜਿਹੜਾ ਖੋਜ ਨੂੰ ਪ੍ਰੋਤਸਾਹਨ ਦਿੰਦਾ ਹੈ। ਪ੍ਰੋਮੋਟਸ ਡਿਸਕਵਰੀ। A 5-year-old boy talks to himself while trying to fold a t-shirt. Which of the following statement is correct in the context of the behavior displayed by the boy? ਠੀਕ ਹੈ ਜੀ, ਕਹਿੰਦੇ ਇੱਕ 5 ਸਾਲਾ ਬੱਚਾ ਟੀ-ਸ਼ਰਟ ਤੈਅ ਕਰਨ ਦੀ ਕੋਸ਼ਿਸ਼ ਦੌਰਾਨ ਆਪਣੇ ਆਪ ਨਾਲ ਗੱਲ ਕਰਦਾ ਹੈ। ਲੜਕੇ ਦੁਆਰਾ ਦਿਖਾਏ ਗਏ ਵਿਵਹਾਰ ਦੇ ਸੰਦਰਭ ਵਿੱਚ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਜੀਨ ਪਿਆਜੇ ਇਸ ਦਾ ਸਵੈ ਕੇਂਦਰਿਤ ਗੱਲ ਤੇ ਤੌਰ ਤੇ ਵਰਤਨ ਕਰੇਗਾ, ਜਦਕਿ ਲੀ ਵਿਗੋਤਸਕੀ ਇਸ ਦਾ ਬੱਚੇ ਨੂੰ ਨਿੱਜੀ ਗੱਲ ਰਾਹੀਂ ਉਸ ਦੇ ਕੰਮਾਂ ਨੂੰ ਨਿਯੋਜਿਤ ਕਰਨ ਦੇ ਤੌਰ ਵਰਤਨ ਕਰੇਗਾ। ਤਾਂ ਇਹਦਾ ਆਊਗਾ ਜੀ ਬੀ। ਜੀਨ ਪਿਆਜੇ ਇਸ ਦਾ ਸਵੈ ਕੇਂਦਰਿਤ ਗੱਲ ਕਰਨ ਤੇ ਵਰਣਨ ਕਰੇਗਾ, ਜਦਕਿ ਲੀ ਵਿਗੋਤਸਕੀ ਇਸ ਦਾ ਬੱਚੇ ਨੂੰ ਨਿੱਜੀ ਗੱਲ ਰਾਹੀਂ ਉਸ ਦੇ ਕੰਮਾਂ ਨੂੰ ਨਿਯੋਜਿਤ ਕਰਨ ਤੇ ਤੌਰ ਵਰਣਨ ਕਰੇਗਾ। ਦੇਖੋ ਜੀ, ਅੱਜ ਤੁਹਾਨੂੰ ਇਹ ਚੀਜ਼ਾਂ ਕੁਝ ਜਿਹੜੇ ਪਹਿਲੀ ਵਾਰ ਸੁਣ ਰਹੇ ਨੇ ਉਹਨਾਂ ਨੂੰ ਥੋੜ੍ਹੀਆਂ ਜਿਹੀਆਂ ਅਜੀਬ ਲੱਗਦੀਆਂ ਹੋਣਗੀਆਂ, ਲੇਕਿਨ ਜਿਨ੍ਹਾਂ ਨੇ ਜੀਬੀਟੀ ਕੀਤੀ ਹੈ ਉਹ ਸਮਝਦੇ ਹੋਣਗੇ ਇਸ ਚੀਜ਼ ਨੂੰ ਵੀ ਕਿਵੇਂ ਆਪਾਂ ਪੈਡਾਗੋਗੀ ਨੂੰ ਸਮਝਣਾ ਹੈ ਨਾ। ਤਾਂ ਇਹ ਚੀਜ਼ਾਂ ਆਮ ਨੇ, ਹੋ ਸਕਦਾ ਸ਼ੁਰੂ 'ਚ ਤੁਹਾਨੂੰ ਸਮਝ ਨਾ ਆਉਣ, ਲੇਕਿਨ ਮੇਰਾ ਮਕਸਦ ਇਹ ਹੈ ਕਿ ਤੁਹਾਡੇ ਕੋਲ ਪ੍ਰੀਵੀਅਸ ਈਅਰ ਦੇ ਕੁਐਸਚਨ ਹੋਣ ਜਿਹਦੇ ਤੁਸੀਂ ਸਮਝ ਸਕਦੇ ਹੋ। At lower classes, playway method of teaching is based on। ਹੇਠਲੀਆਂ ਜਮਾਤਾਂ ਵਿੱਚ ਅਧਿਆਪਨ ਦਾ ਪਲੇਵੇ ਢੰਗ ਆਧਾਰਿਤ ਹੈ ਥਿਓਰੀ ਆਫ ਲਾਈਸਕਾ, ਐਜੂਕੇਸ਼ਨ ਪ੍ਰੋਗਰਾਮ, ਸਰੀਰਕ ਸਿੱਖਿਆ ਪ੍ਰੋਗਰਾਮਾਂ ਦੇ ਸਿਧਾਂਤ ਤੇ ਅਧਿਆਪਨ ਦੀਆਂ ਵਿਧੀਆਂ ਦੇ ਸਿਧਾਂਤ ਤੇ ਵਿਕਾਸ ਅਤੇ ਤਰੱਕੀ ਦੇ ਮਨੋਵਿਗਿਆਨਿਕ ਸਿਧਾਂਤ ਤੇ, ਯਾਨੀ ਕਿ ਸਾਈਕੋਲੋਜੀਕਲ ਪ੍ਰਿੰਸੀਪਲ ਆਫ ਡਿਵੈਲਪਮੈਂਟ ਐਂਡ ਗਰੋਥ ਦੇ ਸਿਧਾਂਤ ਤੇ ਹੈ ਜੀ। ਅ ਬॉय ਆਫ 6th grade with visual deficiency should be। ਦ੍ਰਿਸ਼ਟੀ ਘਾਟ ਵਾਲੇ 6ਵੀਂ ਜਮਾਤ ਦੇ ਲੜਕੇ ਨੂੰ ਕੰਮ ਦਾ ਹੇਠਲਾ ਪੱਧਰ ਕਰਨ ਲਈ ਕੱਢ ਦੇਣਾ ਚਾਹੀਦਾ ਹੈ। ਉਸ ਦੇ ਨਿਯਮਿਤ ਕੰਮਾਂ ਵਿੱਚ ਮਾਤਾ ਪਿਤਾ ਅਤੇ ਦੋਸਤਾਂ ਦੁਆਰਾ ਮਦਦ ਭੇਜੀ ਜਾਣੀ ਚਾਹੀਦੀ ਹੈ। ਜਮਾਤ ਵਿੱਚ ਸਧਾਰਨ ਢੰਗ ਨਾਲ ਵਤੀਰਾ ਕਰਨਾ ਚਾਹੀਦਾ ਅਤੇ ਆਡੀਓ CD ਰਾਹੀਂ ਸਹਿਯੋਗ ਦਿੱਤਾ ਜਾਣਾ ਚਾਹੀਦਾ। ਜਮਾਤ ਵਿੱਚ ਵਿਸ਼ੇਸ਼ ਵਿਵਹਾਰ ਹੋਣਾ ਚਾਹੀਦਾ ਹੈ। ਤਾਂ ਇਹਦਾ ਉੱਤਰ ਆਊਗਾ ਜੀ ਸੀ। ਜਮਾਤ ਵਿੱਚ ਸਧਾਰਨ ਢੰਗ ਨਾਲ ਮਤਲਬ ਕੋਈ ਗੁੱਸਾ ਨਹੀਂ ਕਰਨਾ, ਸਧਾਰਨ ਢੰਗ ਨਾਲ ਕਰਨਾ ਅਤੇ ਆਡੀਓ CD ਰਾਹੀਂ ਉਹਦਾ ਮਦਦ ਕੀਤੀ ਜਾ ਸਕਦੀ ਹੈ। ਸਿੱਖਿਆ ਦੇ ਇਨਸਾਈਟ ਸਿਧਾਂਤ ਦਾ ਤਾਂ ਸਭ ਤੋਂ ਪਹਿਲਾ ਪ੍ਰਤੀਪਾਦਨ ਕਿਹਨੇ ਕੀਤਾ? ਇਨਸਾਈਟ ਥਿਓਰੀ ਆਫ ਲਰਨਿੰਗ ਕਿਹਨੇ ਦਿੱਤੀ ਸੀ ਜੀ? ਇਹ ਵੀ ਤੁਹਾਨੂੰ ਮੈਂ ਕੱਲ ਹੀ ਦੱਸਿਆ ਸੀਗਾ। ਇਹ ਹੈ ਜੀ ਕੋਲਰ ਦੁਆਰਾ। ਕੋਲਰ ਦੇ ਅੱਗੇ ਜਿਹੜਾ ਪੂਰਾ ਨਾਮ ਪੈਂਦਾ ਉਹ ਪੈਂਦਾ ਵੋਲਫਗੈਂਗ ਕੋਲਰ ਦੁਆਰਾ। ਇਨਸਾਈਟ ਥਿਓਰੀ ਕੋਲਰ ਦੁਆਰਾ। ਡਿਵੈਲਪਮੈਂਟ ਇਜ਼ ਨੈਵਰ ਐਂਡਿੰਗ ਪ੍ਰੋਸੈਸ, ਦਿਸ ਆਈਡੀਆ ਇਜ਼ ਐਸੋਸੀਏਟਡ। ਵਿਕਾਸ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ, ਇਹ ਵਿਚਾਰ ਸੰਬੰਧਿਤ ਹੈ ਜੀ ਨਿਰੰਤਰਤਾ ਦੇ ਸਿਧਾਂਤ ਨਾਲ, ਵਿੱਚ ਚੱਲਦਾ ਰਹਿੰਦਾ ਪ੍ਰਿੰਸੀਪਲ ਆਫ ਕੰਟੀਨਿਊਟੀ। ਵਿਚ ਆਫ ਦੀ ਫੋਲੋਇੰਗ ਵਿਲ ਫੋਸਟਰ ਕ੍ਰੀਏਟੀਵਿਟੀ ਅਮੰਗ ਲਰਨਰ। ਹੇਠ ਦਿੱਤਿਆਂ ਵਿੱਚੋਂ ਕਿਹੜਾ ਸਿੱਖਿਆਰਥੀ ਵਿੱਚ ਰਚਨਾਤਮਕਤਾ ਨੂੰ ਵਧਾਏਗਾ? ਹਰੇਕ ਸਿੱਖਿਆਰਥੀ ਨੂੰ ਪ੍ਰਸ਼ਨ ਪੁੱਛਣ ਅਤੇ ਅੰਦਰੂਨੀ ਪ੍ਰਤਿਭਾ ਵਿੱਚ ਨਿਖਾਰ ਦੇ ਅਵਸਰ ਪ੍ਰਦਾਨ ਕਰਨਾ। ਹਰੇਕ ਸਿੱਖਿਆਰਥੀ ਨੂੰ ਪ੍ਰਸ਼ਨ ਪੁੱਛਣ ਅਤੇ ਅੰਦਰੂਨੀ ਪ੍ਰਤਿਭਾ ਵਿੱਚ ਨਿਖਾਰ ਦੇ ਅਵਸਰ ਪ੍ਰਦਾਨ ਕਰਨਾ। ਹੇਠ ਦਿੱਤਿਆਂ ਵਿੱਚੋਂ ਕਿਹੜੀ ਗੁਣਵਾਨ ਸਿੱਖਿਆਰਥੀ ਦੀ ਇੱਕ ਵਿਸ਼ੇਸ਼ਤਾ ਹੈ? ਜੇਕਰ ਜਮਾਤ ਕਿਰਿਆਵਾਂ ਚੁਣੌਤੀਪੂਰਨ ਨਹੀਂ ਹਨ ਤਾਂ ਉਹ ਘੱਟ ਉਤਸ਼ਾਹਿਤ ਅਤੇ ਬੋਰ ਮਹਿਸੂਸ ਕਰ ਸਕਦਾ ਹੈ। ਬਿਲਕੁਲ ਸਹੀ ਹੈ ਜੀ। ਡਿਸਲੈਕਸੀਆ ਸੰਬੰਧ ਹੈ, ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਡਿਸਲੈਕਸੀਆ ਸੰਬੰਧਿਤ ਹੈ ਪੜ੍ਹਨ ਗੜਬੜ ਨਾਲ, ਯਾਨੀ ਕਿ ਰੀਡਿੰਗ ਡਿਸਆਰਡਰ।
डिसलैक्सिया रीडिंग डिसऑर्डर, याद रखियो डिसलैक्सिया रीडिंग डिसऑर्डर है, ते जेड़ा डिसकैलकुआ हो मैथ संबंधी आऊगा, कैलकुलेशन तो याद रखना। रॉबिन हु डज नॉट टॉक मच एट होम ते टॉक्स अ लॉट एट स्कूल, इट शोज दैट ਰੋਬਿਨ ਜਿਹੜੀ ਘਰੇ ਜ਼ਿਆਦਾ ਨਹੀਂ ਬੋਲਦੀ ਸਕੂਲ ਵਿੱਚ ਬਹੁਤ ਬੋਲਦੀ ਹੈ, ਇਹ ਦਰਸਾਉਂਦਾ ਹੈ ਸਕੂਲ ਬੱਚਿਆਂ ਨੂੰ ਕਾਫੀ ਜ਼ਿਆਦਾ ਬੋਲਣ ਦਾ ਅਵਸਰ ਪ੍ਰਦਾਨ ਕਰਦਾ ਹੈ। ਅਧਿਆਪਕ ਮੰਗ ਕਰਦੇ ਹਨ ਕਿ ਬੱਚਿਆਂ ਨੂੰ ਜ਼ਿਆਦਾ ਬੋਲਣਾ ਚਾਹੀਦਾ ਹੈ। ਉਹ ਆਪਣੇ ਘਰ ਨੂੰ ਬਿਲਕੁਲ ਪਸੰਦ ਨਹੀਂ ਕਰਦੇ, ਉਸਦੇ ਵਿਚਾਰਾਂ ਨੂੰ ਸਕੂਲ ਵਿੱਚ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ। ਬਿਲਕੁਲ ਸਹੀ, 23ਵੇਂ ਦਾ ਡੀ ਆਨਸਰ ਆਊਗਾ ਜੀ ਕਿ ਉਸਨੂੰ ਉਸਦੇ ਜਿਹੜੇ ਵਿਚਾਰ ਨੇ ਸਕੂਲ ਵਿੱਚ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ। ਐਵੇਂ ਦਾ ਇੱਕ ਬੱਚਾ ਮੇਰੇ ਕੋਲ ਹੈ, ਸਕੂਲ 'ਚੋਂ ਘਰੇ ਤਾਂ ਬੋਲਦਾ ਲੇਕਿਨ ਸਕੂਲ 'ਚ ਨਹੀਂ ਬੋਲਦਾ, ਯਾਨੀ ਕਿ ਉਹਦੇ ਘਰ ਦੇ ਵਿਚਾਰ ਉਹਨੂੰ ਜ਼ਿਆਦਾ ਸੁਖਾਲੇ ਦਿੰਦੇ ਨੇ, ਪਰ ਹੁਣ ਉਹ ਬੋਲਣ ਲੱਗ ਗਈ। ਇੱਕੋ ਜਿਹੀਆਂ ਵਿਸ਼ੇਸ਼ਤਾਵਾਂ ਤੇ ਆਧਾਰ ਤੇ ਵਸਤੂਆਂ ਦਾ ਇਕੱਠਾ ਸਮੂਹ ਕਰਨ ਦੀ ਕਾਬਲੀਅਤ ਨੂੰ ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਸਿਧਾਂਤ ਅਨੁਸਾਰ ਕਿਹਾ ਜਾਂਦਾ ਹੈ। ਇਹ ਹੈ ਜੀ ਵਰਗੀਕਰਨ, ਕੀ ਆਊਗਾ ਜਾਂ ਕਲਾਸੀਫਿਕੇਸ਼ਨ ਆਊਗਾ ਜੀ ਇਹਦਾ, ਠੀਕ ਹੈ ਜੀ। ਇੱਕੋ ਜਿਹੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਵਸਤੂਆਂ ਦੇ ਇਕੱਠਾ ਸਮੂਹ ਕਰਨ ਦੀ ਕਾਬਲੀਅਤ ਨੂੰ ਜੀਨ ਪਿਆਜੇ ਦੇ ਬੌਧਿਕ ਸਿਧਾਂਤ ਦੇ ਅਨੁਸਾਰ ਕਿਹਾ ਜਾਂਦਾ ਹੈ ਕਲਾਸੀਫਿਕੇਸ਼ਨ। Which one of the following represent S factor in Spearman's two factor theory? ਹੁਣ ਦੇਖੋ ਇਹਦੇ ਦੋ ਪ੍ਰਸ਼ਨ ਬਣ ਗਏ। ਟੂ ਫੈਕਟਰ ਥਿਓਰੀ ਕਿਹਨਾਂ ਨੇ ਦਿੱਤੀ ਸੀ, ਕਿ ਥਿਓਰੀ ਦਿੱਤੀ ਸੀ ਸਪੀਅਰਮੈਨ ਨੇ। S ਦਾ ਮਤਲਬ ਸਪੈਸੀਫਿਕ, G ਦਾ ਮਤਲਬ ਜਨਰਲ। Which one of the following represent S factor in Spearman two factor theory? ਸਪੈਸ਼ਲ ਫੈਕਟਰ, ਸੋਸ਼ਲ ਫੈਕਟਰ, ਸਪੈਸੀਫਿਕ ਫੈਕਟਰ। ਮੇਰੇ ਹਿਸਾਬ ਨਾਲ ਸਪੈਸੀਫਿਕ ਫੈਕਟਰ ਆਊਗਾ ਜੀ 25 ਦਾ ਸੀ। ਤੁਹਾਡੇ ਹਿਸਾਬ ਨਾਲ ਕੀ ਆਊਗਾ ਤੁਸੀਂ ਦੇ ਦਿਓ। ਬਿਲਕੁਲ ਜੀ ਸਪੈਸੀਫਿਕ ਹੈ। बुद्धि दे मल्टी फैक्टर सिद्धांत का व्याख्या कौन करता है? Who was the exponent of multi factor theory of intelligence? मल्टी फैक्टर थ्योरी किन्ना ने दी है? थ्योरी तुसीं अलग लिख लियो जी, ਜਿਹੜੇ ਪ੍ਰਸ਼ਨ ਨਹੀਂ ਤੁਸੀਂ ਅਲੱਗ ਲਿਖ ਸਕਦੇ ਹੋ, ਲਿਖੇ ਤੋਂ ਜ਼ਿਆਦਾ ਹੋਰ ਯਾਦ ਹੋ ਜਾਂਦੇ ਨੇ। ਇਹਦਾ ਨਾਮ ਹੈ ਜੀ E.L. ਥਾਰਨਡਾਈਕ। ਮਲਟੀ ਫੈਕਟਰ ਥਿਓਰੀ E.L. ਥਾਰਨਡਾਈਕ ਨੇ ਦਿੱਤੀ ਸੀਗੀ, ਠੀਕ ਹੈ ਜੀ। ਚਲੋ ਜੀ ਅੱਗੇ ਚੱਲਦੇ ਹਾਂ। 27ਵੇਂ ਪ੍ਰਸ਼ਨ ਤੇ, ਹੇਠ ਦਿੱਤਿਆਂ ਵਿੱਚੋਂ ਕਿਹੜੇ ਸਿਧਾਂਤ ਦਾ ਵਿਚਾਰ ਹੈ ਵਿਵਹਾਰ ਨੂੰ ਜਵਾਬਾਂ ਦੇ ਪੁਸ਼ਟੀਕਰਨ ਅਤੇ ਨਿਰੰਤਰ ਅਨੁਮਾਨਾਂ ਨਾਲ ਆਕਾਰ ਦਿੱਤਾ ਜਾ ਸਕਣਾ ਇੱਛਤ ਵਿਵਹਾਰ ਤੇ ਜ਼ਿਆਦਾ ਨਜ਼ਦੀਕ ਪਹੁੰਚਣ ਵਾਲਾ ਹੈ? ਸਮਾਜਿਕ ਸਿਖਲਾਈ, ਯੰਤਰਿਕ ਅਨੁਕੂਲਨ, ਪਰੰਪਰਾਵਾਦੀ ਅਨੁਕੂਲਨ, ਓਪਰੈਂਟ ਅਨੁਕੂਲਨ, ਠੀਕ ਹੈ ਜੀ। ਸੋਸ਼ਲ ਲਰਨਿੰਗ, ਇੰਸਟਰੂਮੈਂਟ ਕੰਡੀਸ਼ਨਿੰਗ, ਕਲਾਸੀਕਲ ਕੰਡੀਸ਼ਨਿੰਗ, ਓਪਰੈਂਟ ਕੰਡੀਸ਼ਨਿੰਗ। ਤਾਂ ਇਹਦਾ ਉੱਤਰ ਆਊਗਾ ਜੀ ਓਪਰੈਂਟ ਕੰਡੀਸ਼ਨਿੰਗ, ਡੀ ਆਊਗਾ ਜੀ। ਟ੍ਰੇਟ ਸਿਧਾਂਤਾਂ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਪੱਖ ਨਾਲ ਸੰਬੰਧਿਤ ਹਨ? ਇਹਦਾ ਉੱਤਰ ਆਊਗਾ ਜੀ ਸ਼ਖਸੀਅਤ, ਯਾਨੀ ਕਿ ਪਰਸਨੈਲਿਟੀ। ਟ੍ਰੇਟ ਥਿਓਰੀਜ਼ ਆਰ ਰਿਲੇਟਡ ਟੂ ਵਿਚ ਆਫ ਦ ਫੋਲੋਇੰਗ ਐਸਪੈਕਟ ਪਰਸਨੈਲਿਟੀ, ਠੀਕ ਹੈ ਜੀ ਸ਼ਖਸੀਅਤ। ਕਿੰਡਰਗਾਰਟਨ ਸਿਸਟਮ ਆਫ ਐਜੂਕੇਸ਼ਨ, ਇਹ ਕਿਹਨਾਂ ਦਿੱਤਾ ਸੀ? ਤਾਂ ਬਹੁਤ ਸੌਖਾ ਜੀ, ਫਰੈਡਰਿਕ ਫਰੋਬਲ ਹੈ। ਮੇਬੀ ਤੁਸੀਂ ਦੇਖੋ ਜੀ, ਬਿਲਕੁਲ ਫਰੈਡਰਿਕ ਫਰੋਬਲ ਹੈ। ਕਿੰਡਰਗਾਰਟਨ ਜਿਹੜੀ ਪद्धति ਦਿੱਤੀ ਸੀ ਉਹ ਕਿਹਨਾਂ ਦਿੱਤੀ ਸੀ? ਫਰੈਡਰਿਕ ਫਰੋਬਲ ਨੇ। ਪਿਆਜੇ ਸਿਧਾਂਤ ਵਿੱਚ ਪ੍ਰੀ ਆਪਰੇਸ਼ਨਲ ਕਹਾਉਂਦਾ ਹੈ ਕਿ ਪ੍ਰੀ ਆਪਰੇਸ਼ਨਲ ਕਿਹੜੀ ਸਟੇਜ ਹੈ? ਪਹਿਲਾਂ ਇਹ ਦੱਸੋ ਜੀ। SP ਦੇ ਨਾਮ ਤੋਂ ਯਾਦ ਰੱਖੋ। S ਦਾ ਮਤਲਬ ਪਹਿਲਾ, P ਦਾ ਮਤਲਬ ਦੂਸਰਾ, C ਦਾ ਮਤਲਬ ਤੀਸਰਾ ਤੇ F ਦਾ ਮਤਲਬ ਤੀਸਰਾ। ਤਾਂ ਇਹ ਦੂਸਰੀ ਸਟੇਜ ਹੈ ਜੀ। ਦੀ ਸਟੇਜ ਪ੍ਰੀ ਆਪਰੇਸ਼ਨਲ ਸਟੇਜ is in Piaget theory is called pre-operational because the children are predetermined, the children have not yet mastered the ability to perform mental, the children are pre-planning all of the above। ਤਾਂ ਇਹਦਾ ਉੱਤਰ ਆਊਗਾ ਜੀ the children have not mastered the ability to perform mental operation। ਬੱਚਿਆਂ ਨੇ ਹਾਲੇ ਤੱਕ ਮਾਨਸਿਕ ਕ੍ਰਿਆਵਾਂ ਕਰਨ ਦੀ ਸਮਰੱਥਾ ਵਿੱਚ ਮਹਾਰਤ ਹਾਸਲ ਨਹੀਂ ਕੀਤੀ ਹੈ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ, ਬਣੇ ਰਹੀਓ। ਧੰਨਵਾਦ ਜੀ।